Hello dear students, how are you all? First of all, congratulations to all of you for promotion in class 8th. So dear students, from today we will start our first chapter of math subject class 8th, that is rational numbers, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਆਖਦੇ ਹਾਂ ਪਰਮੇਜ਼ ਸੰਖਿਆਵਾਂ. Okay, so in this video lecture this will be the general introduction about rational numbers ਕਿ rational number ਕੀ ਹੁੰਦੇ ਹਨ. ਸੋ ਵਿਦਿਆਰਥੀਓ, ਰੈਸ਼ਨਲ ਨੰਬਰ ਜਿਨ੍ਹਾਂ ਨੂੰ ਕਿ ਪਰਮੇਜ਼ ਸੰਖਿਆਵਾਂ ਆਖਦੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਹੈ. तो ਪਰਮੇਜ਼ ਸੰਖਿਆਵਾਂ ਨੂੰ ਸਮਝਣ ਲਈ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ. ਮੰਨ ਲਓ ਅਸੀਂ ਇੱਥੇ ਕੁਝ ਸੰਪੂਰਨ ਸੰਖਿਆਵਾਂ ਲਿਖ ਦਿੰਦੇ ਹਾਂ ਜੋ ਕਿ ਤੁਸੀਂ ਛੋਟੀ ਕਲਾਸ ਦੇ ਵਿੱਚ ਪੜ੍ਹੀਆਂ ਸੀ. ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ? ਜਿਨ੍ਹਾਂ ਵਿੱਚ ਨੈਗੇਟਿਵ ਨੰਬਰਸ ਵੀ ਆ ਜਾਂਦੇ ਹਨ, ਪੋਜ਼ਿਟਿਵ ਨੰਬਰਸ ਵੀ ਆ ਜਾਂਦੇ ਹਨ ਤੇ ਇਨਕਲੂਡਿੰਗ ਜ਼ੀਰੋ. ਠੀਕ ਹੈ, ਜ਼ੀਰੋ ਵੀ ਇਹਦੇ ਵਿੱਚ ਆ ਜਾਂਦੀ ਹੈ. ਓਕੇ, ਸੋ ਵਿਦਿਆਰਥੀਓ, ਇਹਨਾਂ ਨੂੰ ਮੈਂ -4 ਨੂੰ ਮੈਂ -4/1 ਲਿਖ ਸਕਦਾ ਹਾਂ, -3 ਨੂੰ -3/1 ਲਿਖ ਸਕਦਾ, 2 ਨੂੰ -2/1 ਲਿਖ ਸਕਦਾ, -1 ਨੂੰ by 1, ਸਾਰਿਆਂ ਦੇ ਨੀਚੇ ਮੈਂ 1 ਲਿਖਦਾ ਜਾਂ ਮੈਂ ਕਿਤੇ 4 ਜਾਂ 5 ਲਿਖਦਾ. ਠੀਕ ਹੈ, ਤੋ ਇਹ ਸਾਰੇ ਵਿੱਚੋਂ ਰੈਸ਼ਨਲ ਨੰਬਰ ਹੀ ਹਨ ਜਿਹਦੇ ਵਿੱਚ ਕਿ ਥੱਲੇ ਵਾਲਾ ਡਿਨੋਮੀਨੇਟਰ ਜਿਹੜਾ ਹੈ ਉਹ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ. ਇਟ ਮੀਨਸ ਜੇ ਮੈਂ ਇਹਨੂੰ ਕੰਪੇਅਰ ਕਰਾਂ, ਇੱਥੇ ਉੱਪਰ ਵਾਲੀ ਵੈਲਿਊ ਨੂੰ P ਲਿਖਦਾ ਔਰ ਥੱਲੇ ਵਾਲੀ ਵੈਲਿਊ ਨੂੰ Q ਦੇ ਨਾਲ ਰਿਪਰਜੈਂਟ ਕਰਾਂ, ਤਾਂ ਕੋਈ ਵੀ ਨੰਬਰ ਜਿਹਨੂੰ P/Q ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੋਵੇ, ਪ੍ਰੋਵਾਈਡਡ ਕਿ Q ਦੀ ਵੈਲਿਊ ਜ਼ੀਰੋ ਨਾ ਹੋਵੇ. ਕਿਉਂਕਿ ਜੇ ਜ਼ੀਰੋ ਹੋਊਗੀ ਤਾਂ ਉਹ ਡਿਫਾਈਨਡ ਹੀ ਨਹੀਂ ਹੋਊਗਾ. ਜਿੱਦਾਂ ਕਿ 3 ਨੂੰ 0 ਨਾਲ ਭਾਗ ਕਰੂੰਗੇ ਤਾਂ ਬੱਚੋ ਭਾਗ ਨਹੀਂ ਕੀਤਾ ਜਾ ਸਕਦਾ. ਠੀਕ ਹੈ, तो Q नॉट इक्वल टू 0, तो P/Q ਜਿਹੜਾ ਹੈ ਉਹ ਕੀ ਹੈ? ਇੱਕ ਰੈਸ਼ਨਲ ਨੰਬਰ ਹੈ. ਜੇ ਹੱਲੇ ਵੀ ਤੁਹਾਨੂੰ ਨਹੀਂ ਸਮਝ ਆਇਆ ਤਾਂ ਬੱਚੋ ਅਸੀਂ ਛੋਟੀ ਕਲਾਸ ਦੇ ਵਿੱਚ ਫ੍ਰੈਕਸ਼ਨਸ ਬਾਰੇ ਯਾਨੀ ਕਿ ਭਿੰਨਾਂ ਬਾਰੇ ਸਮਝਿਆ ਸੀ, ਜਿਸ ਵਿੱਚ ਅਸੀਂ ਸਮਝਿਆ ਸੀ ਕਿ ਫ੍ਰੈਕਸ਼ਨ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਅੰਸ਼ ਵਟਾ ਹਰ ਦੇ ਰੂਪ ਦੇ ਵਿੱਚ ਯਾਨੀ ਕਿ ਨਿਊਮਰੇਟਰ ਡਿਵਾਈਡ ਬਾਈ ਡਿਨੋਮੀਨੇਟਰ ਦੇ ਫਾਰਮ ਦੇ ਵਿੱਚ ਲਿਖ ਸਕਦੇ ਹਾਂ. ਤੇ ਵਿਦਿਆਰਥੀਓ, ਇਹ ਵੀ ਕੀ ਹਨ? ਪਰਮੇਜ਼ ਸੰਖਿਆਵਾਂ ਹੀ ਹਨ. ਬਸ ਇੱਥੇ ਡਿਨੋਮੀਨੇਟਰ ਜਿਹੜਾ ਹੈ ਉਹ ਜ਼ੀਰੋ ਨਾ ਹੋਵੇ, ਬਿਕੋਜ਼ ਕਿਸੇ ਵੀ ਸੰਖਿਆ ਨੂੰ ਜ਼ੀਰੋ ਨਾਲ ਭਾਗ ਨਹੀਂ ਕੀਤਾ ਜਾ ਸਕਦਾ, ਉਹ ਡਿਫਾਈਨਡ ਨਹੀਂ ਹੁੰਦੀ. ਠੀਕ ਹੈ, ਸੋ ਪਰਮੇਜ਼ ਸੰਖਿਆ ਯਾਨੀ ਕਿ ਰੈਸ਼ਨਲ ਨੰਬਰ ਉਹ ਨੰਬਰ ਹੋ ਗਏ ਜਿਨ੍ਹਾਂ ਨੂੰ ਅਸੀਂ P/Q ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਪ੍ਰੋਵਾਈਡਡ Q ਨॉट ਇਕੁਅਲ ਟੂ 0. ਤੋ ਇਥੋਂ ਪਹਿਲਾ ਪੁਆਇੰਟ ਨਿਕਲ ਕੇ ਇਹੀ ਆਉਂਦਾ ਹੈ ਕਿ ਜਿੰਨੀਆਂ ਵੀ ਸੰਪੂਰਨ ਸੰਖਿਆਵਾਂ ਹਨ, ਸੰਪੂਰਨ ਸੰਖਿਆਵਾਂ ਮਤਲਬ ਕਿ ਇੰਟੀਜਰ ਹਨ. ਠੀਕ ਹੈ, ਤੋ all ਇੰਟੀਜਰ ਜਿੰਨੇ ਵੀ ਸਾਰੇ ਇੰਟੀਜਰਸ ਹੁੰਦੇ ਨੇ ਉਹ ਸਾਰੇ ਕੀ ਹੁੰਦੇ ਨੇ? all ਇੰਟੀਜਰਸ ਆਰ ਰੈਸ਼ਨਲ ਨੰਬਰਸ. ਠੀਕ ਹੈ, ਮੈਂ ਰੈਸ਼ਨਲ ਨੰਬਰ ਨੂੰ RNO ਇੱਥੇ ਲਿਖ ਰਿਹਾ, RA.NO. ਠੀਕ ਹੈ, ਰੈਸ਼ਨਲ ਨੰਬਰਸ ਹੁੰਦੇ ਹਨ. ਓਕੇ, तो फर्स्ट पॉइंट ये ਤੁਸੀਂ ਯਾਦ ਰੱਖਣਾ ਹੈ ਕਿ ਕਿਸੇ ਵੀ ਸੰਖਿਆ ਨੂੰ ਯਾਨੀ ਕਿ no number can be divided by 0 ਇਹ ਵਿੱਚੋਂ ਡਿਫਾਈਨਡ ਨਹੀਂ ਹੁੰਦਾ ਹੈ. ਇਸ ਦਾ ਆਨਸਰ ਤੁਸੀਂ ਯਾਦ ਰੱਖਣਾ ਹੈ ਸੰਭਵ ਨਹੀਂ ਹੈ, ਮਤਲਬ ਕਿ not defined. ਇਹ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ, ਜਿੱਦਾਂ ਕਿ 0/1 ਹੈ ਤਾਂ ਇਹਦਾ ਆਨਸਰ 0 ਆਏਗਾ, ਪਰ 1/0 ਜਿਹੜਾ ਹੈ ਉਹਦਾ ਵਿੱਚੋਂ ਕੋਈ ਆਨਸਰ ਨਹੀਂ ਹੁੰਦਾ, ਉਹ not defined ਹੁੰਦਾ ਹੈ. ਇਹ ਯਾਦ ਰੱਖਣਾ ਹੈ. ਠੀਕ ਹੈ, ਤੋ ਇਸ ਚੈਪਟਰ ਦੇ ਵਿੱਚ ਅਸੀਂ ਕੀ ਪੜਾਂਗੇ ਉਹਦੇ ਬਾਰੇ ਡਿਸਕਸ ਕਰ ਲੈਂਦੇ ਹਾਂ. ਸਭ ਤੋਂ ਪਹਿਲਾਂ ਵਿੱਚੋਂ ਤੁਹਾਨੂੰ ਆਏਗਾ ਜਿਹੜੀਆਂ ਪਰਮੇਜ਼ ਸੰਖਿਆਵਾਂ ਦੀਆਂ ਪ੍ਰੋਪਰਟੀਜ਼ ਯਾਨੀ ਕਿ ਪਰਮੇਜ਼ ਸੰਖਿਆਵਾਂ ਦੇ ਗੁਣ. ਠੀਕ ਹੈ, ਪਰਮੇਜ਼ ਸੰਖਿਆਵਾਂ ਦੇ ਗੁਣ. ਸੰਖਿਆਵਾਂ ਇੱਥੇ ਸੰਖਿਆਵਾਂ ਲਿਖ ਲਿਓ, ਦੀ ਗੁਣ ਯਾਨੀ ਕਿ ਪ੍ਰੋਪਰਟੀਜ਼ ਆਫ ਰੈਸ਼ਨਲ RNO, ਰੈਸ਼ਨਲ ਨੰਬਰਸ. ਤੋਂ ਸਭ ਤੋਂ ਪਹਿਲਾਂ ਜਿਹੜੀ ਆ ਉਹ ਪ੍ਰੋਪਰਟੀ ਹੋਏਗੀ ਕਲੋਜ਼ਰ ਪ੍ਰੋਪਰਟੀ, ਜਿਸ ਨੂੰ ਅਸੀਂ ਬੰਦ ਗੁਣ ਆਖਦੇ ਹਾਂ, ਕਲੋਜ਼ਰ ਪ੍ਰੋਪਰਟੀ. ਓਕੇ, ਸੈਕਿੰਡ ਪ੍ਰੋਪਰਟੀ ਵਿਲ ਬੀ, ਇਹ ਹੋਏਗੀ ਬੱਚੋ ਐਸੋਸੀਏਟਿਵ ਪ੍ਰੋਪਰਟੀ. ਠੀਕ ਹੈ, ਕੀ ਹੋਏਗੀ? ਐਸੋਸੀਏਟਿਵ ਪ੍ਰੋਪਰਟੀ. ਓਕੇ, ਐਸੋਸੀਏਟਿਵ ਪ੍ਰੋਪਰਟੀ ਡੀਅਰ ਸਟੂਡੈਂਟਸ, ਸੈਕਿੰਡ ਸਾਡੇ ਕੋਲ ਹੋਏਗਾ, ਸੈਕਿੰਡ ਇਹਦੇ ਵਿੱਚ ਅਸੀਂ ਜੋ ਕਰਨਾ ਹੈ ਉਹ ਸਾਡੇ ਕੋਲ ਹੋਏਗਾ ਕਰਮ ਵਟਾਂਦਰਾ ਗੁਣ. ਠੀਕ ਹੈ, ਕਰਮ ਵਟਾਂਦਰਾ ਗੁਣ ਯਾਨੀ ਕਿ ਇਹਨੂੰ ਅਸੀਂ ਆਖਦੇ ਹਾਂ ਬੱਚੋ ਕਮਿਊਟੇਟਿਵ ਪ੍ਰੋਪਰਟੀ. ਠੀਕ ਹੈ, ਕੀ ਆਖਦੇ ਹਾਂ? ਕਮਿਊਟੇਟਿਵ ਪ੍ਰੋਪਰਟੀ. ਓਕੇ, ਨੈਕਸਟ ਜਿਹੜਾ ਸਾਡਾ ਟੌਪਿਕ ਹੋਏਗਾ ਉਹ ਅਸੀਂ ਪੜਾਂਗੇ ਸਹਿਚਾਰਤਾ ਗੁਣ. ਠੀਕ ਹੈ, ਸਹਿਚਾਰਤਾ ਗੁਣ. ਸਹਿਚਾਰਤਾ ਗੁਣ ਨੂੰ ਇੰਗਲਿਸ਼ ਵਿੱਚ ਆਖਦੇ ਹਨ ਬੱਚੋ ਐਸੋਸੀਏਟਿਵ ਪ੍ਰੋਪਰਟੀ. ਓਕੇ, ਐਸੋਸੀਏਟਿਵ ਪ੍ਰੋਪਰਟੀ.
ਉਸ ਤੋਂ ਬਾਅਦ ਅਸੀਂ ਜੋੜਾਤਮਿਕ ਉਲਟ, ਜੋੜਾਤਮਿਕ ਤਤਸਮਕ, ਪਹਿਲਾਂ ਤਤਸਮਕ ਬਾਰੇ ਪੜਾਂਗੇ। ਤਤਸਮਕ ਤੋਂ ਭਾਵ ਹੁੰਦਾ ਹੈ, ਜੋੜਾਤਮਿਕ ਦਾ ਮਤਲਬ ਹੈ ਐਡੀਟਿਵ, ਓਕੇ, ਔਰ ਤਤਸਮਕ ਇੱਥੇ ਵਿੱਚ ਹੁੰਦਾ ਹੈ ਆਇਡੈਂਟੀਟੀ। ਤਤਸਮਕ ਯਾਦ ਰੱਖਣਾ ਹੈ, ਇਹਦਾ ਮਤਲਬ ਹੁੰਦਾ ਹੈ ਆਇਡੈਂਟੀਟੀ ਇੰਗਲਿਸ਼ ਦੇ ਵਿੱਚ, ਠੀਕ ਹੈ। ਸਿਮਿਲਰਲੀ ਨੈਕਸਟ ਅਸੀਂ ਪੜਾਂਗੇ ਜੋੜਾਤਮਿਕ उल्ट, ठीक है। जोड़ात्मक उल्ट का मतलब एडिटिव इनवर्स, ओके, की होएगा एडिटिव इनवर्स। तो दीज आर दी प्रॉपर्टीज, ठीक है, जिहड़ियां कि असी एक्सरसाइज 1.1 नाल रिलेटेड होणगियां, जिन्हां बारे असी डिस्कस करांगे, ठीक है। उस तो बाद बाकी चलो गुणात्मक तत्समक, इदां गुणात्मक उल्ट, गुणात्मक तत्समक मतलब मल्टीप्लीकेटिव आइडेंटिटी, ते गुणात्मक उल्ट यानी कि मल्टीप्लीकेटिव इनवर्स, वो भी तुहाडे सिलेबस विच हन। वो असी नैक्सट वीडियो लैक्चर दे विच जो कि एक्सरसाइज 1.2 होएगी ਉਹਦੇ ਨਾਲ रिलेटेड होएगा, ठीक है। सो आओ सब तो पहला असी बंद गुण बारे जानते हाँ। बंद गुण का मतलब की हुंदा है? देखो बच्चों, बंद गुण का मतलब की है? बंद गुण यानी कि क्लोजर प्रॉपर्टी। सब तो पहला इनू चंगी तरह समझ लो सारे बच्चे, क्लोजर प्रॉपर्टी, ठीक है। मैं इनू एक ना सिंपल जी एग्जांपल लैके तुहानू समझाना ताकि तुहानू ईजीली समझ आ जाए। किस तरह? देखो मैं इहदे विच 1/2 1/2 एक संख्या ली है, उस संख्या यानी कि एक रैशनल नंबर है, एक दूसरा रैशनल नंबर है मेरे को 0, 0 ਨੂੰ मैं 0/2 लिख सकता, ठीक है। तो जो मैं इन्हां दोनों ਨੂੰ ऐड करना, सब तो पहला डिनोमीनेटर सेम करने हैं, तो मैं 2 लिख दिता, 0/2 का मतलब 0 ही होया, ठीक है। तो 1 + 0 ये आ गया 1/2, यानी कि मैं 1/2 ਦੇ ਵਿੱਚ ਸਿਫਰ ਨੂੰ ऐड किया तो मेरे को आंसर जो है 1/2 ही प्राप्त होया। तो विद्यार्थियों इत्थे इत्थे तुसीं देख सकते हो कि मेरे को एक रैशनल नंबर सी, मैं उस विच दूसरा रैशनल नंबर ऐड किया तो मेरे को जो आंसर आया वो भी एक रैशनल नंबर ही प्राप्त होया। सिमिलरली 1/2 नूं 3/2 च ऐड करो तो बच्चों डिनोमीनेटर ऐड करन लगे हमेशा डिनोमीनेटर सेम करने हैं, असी छोटी क्लास विच पढ़िया होया है, हुण भी तुसीं यह चीज़ याद रखनी है। तो डिनोमीनेटर मेक दी डिनोमीनेटर सेम फर्स्ट, उस तो बाद ये 3 + 1 कितना आ गया 4, 4/2 कितना आ गया 2, तो 2 भी एक रैशनल नंबर ही है। तो मतलब कि दो रैशनल नंबर का जोड़ जो रैशनल नंबर ही होएगा तो बच्चों उन्होंने असी क्लोजर प्रॉपर्टी आखांगे। ये हुंदी है बच्चों क्लोजर प्रॉपर्टी कि जदों भी असी दो रैशनल नंबर ते कोई ऑपरेशन लगाने हाँ तो की सानू फिर रैशनल नंबर ही मिल रहा है, तो बच्चों उन्होंने असी क्लोजर प्रॉपर्टी आखांगे। सिमिलरली जे असी 1/2 ਦੇ ਵਿੱਚ ਸਿਫਰ ਨੂੰ ऐड कर दईए, सिफर ਨੂੰ माइनस कर दईए तो बच्चों तुहानू आंसर कितना मिलेगा 1/2 मिलेगा। पर जे मैं इनू उल्टा के करदा 0 - 1/2 तो बच्चों फिर इहदा ऑर्डर चेंज करके फिर तुहानू आंसर -1/2 मिल रहा है, ठीक है। की मिल रहा है -1/2 मिल रहा है, इहदा मतलब इत्थे भी तुहानू एक रैशनल नंबर ही मिल रहा है, ठीक है। तो जे असी ये गल करिए कि दो रैशनल नंबर नू जेकर असी घटाउने हाँ तां भी सानू एक रैशनल नंबर ही मिलता है। सिमिलरली जे असी इन्हां दी मल्टीप्लीकेशन कर दिंदे तां भी सानू बच्चों की मिलना सी, रैशनल नंबर ही मिलना सी। तो बच्चों रैशनल नंबर दी मल्टीप्लीकेशन भी सानू एक होर रैशनल नंबर दिंदी है, ओके। पर जे असी रैशनल नंबर दी मान लो डिवीजन कर दिंदे हाँ, ठीक है, की कर दिंदे हाँ डिवीजन कर दिंदे हाँ, तो डिवीजन वेले बच्चों हर वेले यह ट्रू नहीं होएगा, ठीक है। जिदा 1/2 दी 0 नाल डिवीजन करोगे तो बच्चों तुहानू नॉट डिफाइंड आंसर आऊगा, ठीक है। तो इदां ही बच्चों 0 दी 0 नू भाग करोगे 1/2 नाल तां तुहानू 0 आएगा। तो इत्थे ऑलवेज ट्रू नहीं हुंदा है, ठीक है। बट मोस्ट प्रॉबली ये जिहड़ा है ट्रू हुंदा है कि रैशनल नंबर की डिवीजन जिहड़ी है तुहानू रैशनल नंबर ही दऊगी, पर 0 के केस दे विच वो फिर वैलिड नहीं होएगा, ठीक है। बस इन्नी गल का ध्यान रखना है। तो इहदा मतलब क्लोजर प्रॉपर्टी की हुई, क्लोजर प्रॉपर्टी तुसीं याद रखना है। क्लोजर प्रॉपर्टी कौन कौन शो करता है? डिवीजन लई बिल्कुल शो हुंदी है, ठीक है, याद रखना है, ठीक है। तो उस तो बाद एडिशन लई हुंदी है, उस तो बाद सबट्रैक्शन लई भी ये होल्ड करती है, मल्टीप्लीकेशन लिए भी होल्ड करती है, डिवीजन लिए नॉट ऑलवेज, ठीक है, नॉट ऑलवेज या एक्सैप्ट 0 का डिवाइड जो करांगे उदों नहीं होएगा, बाकी आलमोस्ट होएगा, ठीक है। तो बंद प्रॉपर्टी ये होगी कि दो रैशनल नंबर से जो असी कोई ऑपरेशन लगावांगे तो सानू एक रैशनल नंबर ही मिले तो उन्होंने असी बंद प्रॉपर्टी आखांगे, यानी कि क्लोजर प्रॉपर्टी आखांगे। उस तो बाद नैक्सट साडा टॉपिक है करम वटांदरा गुण, ठीक है। नैक्सट की है करम वटांदरा गुण। सैकेंड जिहड़ा जो गुण होएगा जिन्हों असी कमूटेटिव प्रॉपर्टी आखते हाँ, की आखते हाँ? कमूटेटिव
प्रॉपर्टी। हुण ये कम्यूटेटिव प्रॉपर्टी की है, आओ ये बारे भी डिस्कस कर लेंगे हाँ। सेम एग्जाम्पल ले लो, इत्थे तुहाडे कोल 2 नंबर होने चाहिए 1/2 ते एक हैगा 0, ठीक है 0, सेम ही आपां ले लिया 2 रैशनल नंबर। ਹੁਣ ਵਿਦਿਆਰਥੀਓ ਪਹਿਲਾਂ ਤੇ ਕਮੂਟੇਟਿਵ ਕਰਮ ਕਰਮ ਵਟਾਂਦਰਾ ਯਾਨੀ ਕਿ ਮੈਂ ਇਹਨਾਂ ਦੋਨਾਂ ਨੂੰ ਐਡ ਕਰਨਾ ਤਾਂ ਮੇਰੇ ਕੋਲ ਐਡ ਕਰਨ ਦੇ ਦੋ ਤਰੀਕੇ ਆ। ਮੈਂ 1/2 ਨੂੰ ਦੇ ਵਿੱਚ 0 ਐਡ ਕਰਤਾ, ਠੀਕ ਹੈ, ਤਾਂ ਮੈਨੂੰ ਆਨਸਰ ਮਿਲਿਆ 1/2। ਫਿਰ ਮੈਂ 0 ਦੇ ਵਿੱਚ 1/2 ਐਡ ਕਰਤੇ ਤਾਂ ਵੀ ਮੈਨੂੰ 1/2 ਹੀ ਮਿਲਿਆ, ਠੀਕ ਹੈ। ਤਾਂ ਇਟ ਮੀਨਸ ਜੇ ਆਪਾਂ 1/2 ਨੂੰ a ਮੰਨ ਲਈਏ, ਦੂਸਰੇ ਨੂੰ 0 ਨੂੰ b ਮੰਨ ਲਈਏ, ਦੋਨਾਂ ਨੂੰ ਐਡ ਕੀਤਾ, ਫਿਰ ਮੈਂ b ਨੂੰ a ਦੇ ਵਿੱਚ ਐਡ ਕਰਤਾ ਤੇ ਸਾਨੂੰ ਆਨਸਰ ਜਿਹੜਾ ਉਹ ਸੇਮ ਮਿਲਿਆ। तो एडिशन के लिए बच्चों कम्यूटेटिव प्रॉपर्टी होल्ड करती है, इसनों असीं कम्यूटेटिव प्रॉपर्टी आखते हैं कि ऑर्डर चेंज करना है, यानी कि करम वटांदरा गुण च की हो गया, ऑर्डर चेंज हो गया। तो विद्यार्थियों हुण असीं यही एग्जाम्पल घटाओ दे लई कर लैंदे हां। जोड़ दे लई तां होल्ड कर गया, घटाओ लई की कीता 1/2 दे विच 0 नूं माइनस कीता तो तुहानूं आंसर 1/2 मिलिया। पर जे 0 दे नूं माइनस 1/2 0 चों माइनस 1/2 घटाओगे तो फिर हुण देखो 0 तो छोटी रकम है तो 1/2 जिहड़ी उपर 0 इहदे विच एलसीएम जे तुसीं इत्थे चलो 2 कर लो तां इहदा एलसीएम तां 2 आएगा, उपर 0 माइनस ते 1। हुण तुहानूं पता है दो साइन जो इकट्ठे प्लस माइनस माइनस हुंदा है, तो 1 चो 0 एड माइनस किया तो 1 ही मिलूगा, 1/2 आएगा लेकिन साइन वड्डी वैल्यू का आना है, तो इस करके इहदा आंसर जिहड़ा -1/2 आना है, ना कि 1/2, ठीक है। तो ये आंसर बराबर नहीं होया, ओके, ये आंसर बराबर नहीं होया, यानी कि दो रैशनल नंबर नूं जे तुसीं माइनस करदे हो ऑर्डर चेंज करके तो वो इहदा मतलब कम्यूटेटिव प्रॉपर्टी फॉर सबट्रैक्शन जिहड़ी होल्ड नहीं करती है, ठीक है, होल्ड नहीं करती है। आपां इत्थे इदां करदे, इत्थे प्लस लिख लिया तो इहदे लई होल्ड करती है, इहदे लई नहीं करती है। सिमिलरली बच्चों असीं हुण गुणा दे लई करके देख लैंदे हां, तो 1/2 दी 0 नाल गुणा कीती तो 0 आंसर आया। सिमिलरली 0 नूं तुसीं 1/2 नाल गुणा करोगे तां भी तुहानूं 0 मिलेगा, इहदा मतलब A क्रॉस B इक्वल टू B क्रॉस A, यानी कि गुणा करदे हो तो होल्ड करदा है, ठीक है, फिर वो होल्ड करदा है, इसलिए कम्यूटेटिव प्रॉपर्टी गुणा दे लई होल्ड करेगी बट घटाओ दे लई नहीं करेगी। इत्थे मैं फिर नहीं करना है, ठीक है, इत्थे क्रॉस आना सी, ओके, तो इहदे लई होल्ड नहीं करूगी, ओके, नो होल्ड नहीं करती, इत्थे क्रॉस मारना सी, सॉरी। तो इहदे विच इत्थे एडिशन मल्टीप्लीकेशन लई होल्ड करती है। सिमिलरली बच्चों डिवीजन लई भी जे तुसीं हुण डिवाइड करके देखो तो डिवाइड दे विच ऑर्डर चेंज करो, 1/2 डिवाइड बाय 0 इहदा आंसर 0 आया, लेकिन सॉरी नॉट डिफाइंड आया, लेकिन 0 डिवाइड बाय 1/2 इहदा आंसर 0 आएगा, तो ये भी ऑलवेज ट्रू नहीं हुंदा है, ठीक है, ओके जी। तो इहदे लई भी होल्ड नहीं करती, अंतर्गत बंद नहीं हुंदी है, गुण भाग दे अंतर्गत बंद नहीं हुंदी है, दो रैशनल नंबर ते कम्यूटेटिव प्रॉपर्टी, ओके। उस तो बाद नैक्सट ये सीगा बच्चों कम्यूटेटिव प्रॉपर्टी। नैक्सट असीं करांगे हुण सहचारता गुण, ठीक है, सहचारता गुण। सहचारता गुण का मतलब हुंदा है एसोशिएटिव प्रॉपर्टी, की हुंदी है एसोशिएटिव प्रॉपर्टी। हुण एसोशिएटिव प्रॉपर्टी की है देखो इहदे लई सानूं 3 रैशनल नंबर चाहिए ने, 1 2 ते 3, ओके, ये 3 रैशनल नंबर चाहिए ने। तो मैं इहदे लई इहनूं सिंपल कर दिंदा थोड़ा तुहाडे लई कि मान लो असीं ये रैशनल नंबर नूं सब तो पहलां असीं ऐड ही करना है। जदों तुसीं ऐड करोगे बच्चों ऐड करन दे दो तरीके आ, जां तां तुसीं पिछले वाले दो रैशनल नंबर नूं ऐड कर दो पहलां, फिर उहनूं तीसरे पहले विच ऐड कर दो, जां पहले दो नूं ऐड कर दो फिर तीसरे विच ऐड कर दो जो आंसर आया, ठीक है। तो जेकर वो बराबर आंदा है तो फिर उन्होंने सहचारता गुण आखते हाँ, ठीक है, सहचारता गुण होल्ड करेगा, नहीं तो नहीं करेगा। इट मीनस ए प्लस बी प्लस सी का पहला एडिशन करती इक्वल टू इत्थे तुसीं सी सहचारता यानी कि ओदी एसोसीएशन कीती है, दोवां नूं पहला जोड़ दिता है, तीजे विच जोड़ दिता है, तो बराबर आंसर आया, तो उन्होंने असीं सहचारता गुण आखांगे। तो सहचारता गुण विचों याद रखना ये एडिशन लई होल्ड करता है, सबट्रैक्शन लई होल्ड नहीं करता है। मतलब इत्थे माइनस जे तुसीं ऑर्डर लई चेंज कर दोगे ना, ऑर्डर लई इहदे विच तां फिर आंसर जिहड़ा है वो बराबर नहीं आऊगा, ओके। ते गुणा लई विचों ये होल्ड करेगा, भाग दे लई ये होल्ड नहीं करता है, ओके। ये थोड़ा जिहा बेसिक है, साडे पहली एक्सरसाइज सारी जोड़ दे अंतर्गत बंद होएगी, ठीक है, जोड़ दे अंतर्गत ही होनी है। उस तो बाद नैक्सट हैगा विचों जुड़ात्मक उल्ट, ठीक है, जुड़ात्मक तत्समक। पहला असीं तत्समक बारे डिस्कस करांगे। जुड़ात्मक तत्समक का मतलब है एडिटिव आइडेंटिटी, ठीक है, की है एडिटिव आइडेंटिटी, यानी कि ਉਹਨੂੰ ਵਿੱਚੋਂ एडिटिव आइडेंटिटी तुसीं सीधा याद रखो सिफर की हुंदा है 0 एक एडिटिव आइडेंटिटी है।
ਕਿੱਦਾਂ? ਦੇਖੋ ਮੈਂ ਮੰਨ ਲਓ ਮੇਰੇ ਕੋਲ ਇੱਕ ਨੰਬਰ ਹੈ a, ਉਸ ਵਿੱਚ ਮੈਂ 0 ਐਡ ਕੀਤਾ, ਮੈਨੂੰ a ਆਂਸਰ ਮਿਲਿਆ, ਠੀਕ ਹੈ। ਤੇ 0 ਵਿੱਚ a ਐਡ ਕੀਤਾ, ਜੇ a ਵਿੱਚ 0 ਐਡ ਕੀਤਾ ਤਾਂ ਵੀ a, 0 ਚ a ਐਡ ਕੀਤਾ ਤਾਂ ਵੀ a, ਠੀਕ ਹੈ, ਉਲਟਾ ਕਰਕੇ, ਮਤਲਬ ਕਿ ਆਰਡਰ ਚੇਂਜ ਕਰਕੇ, ਠੀਕ ਹੈ। ਤਾਂ 0 ਇਦਾਂ ਦਾ ਨੰਬਰ ਹੈ ਜਿਹਨੂੰ ਜਿਹਦੇ ਵਿੱਚ ਮਰਜ਼ੀ ਐਡ ਕਰ ਦੋ ਉਹ ਨੰਬਰ ਫਿਰ ਉਹੀ ਰਹਿੰਦਾ ਹੈ, ਉਹ ਚੇਂਜ ਨਹੀਂ ਕਰਦਾ ਹੈ। ਇਹਨੂੰ ਬੱਚੋ 0 ਨੂੰ ਅਸੀਂ ਐਡੀਟਿਵ ਆਇਡੈਂਟੀਟੀ ਆਖਦੇ ਹਾਂ, ਯਾਨੀ ਕਿ ਜੋੜਾਤਮਿਕ ਤਤਸਮਕ, ਠੀਕ ਹੈ। ਉਸ ਤੋਂ ਬਾਅਦ ਵਿੱਚੋਂ ਤੁਹਾਨੂੰ ਅਗਲਾ ਟੌਪਿਕ ਹੈ ਜੋੜਾਤਮਿਕ ਉਲਟ ਬਾਰੇ, ਯਾਨੀ ਕਿ ਐਡੀਟਿਵ ਇਨਵਰਸ, ਵੈਰੀ ਇੰਪੋਰਟੈਂਟ। ਇਹਦਾ ਵਿੱਚੋਂ ਪੇਪਰ 'ਚ ਕੁਐਸਚਨ ਤੁਹਾਨੂੰ ਪੇਪਰ 'ਚ ਆਉਣਾ ਹੀ ਆਉਣਾ ਹੈ, ਠੀਕ ਹੈ। ਇਹ ਤੁਹਾਨੂੰ 7th ਕਲਾਸ 'ਚ ਵੀ ਸੀ, ਔਰ ਜੋੜਾਤਮਿਕ ਉਲਟ ਜਿਹੜਾ ਹੈ ਇਹ ਵਿੱਚੋਂ ਇਸ ਵਾਰ ਹੈ, ਯਾਨੀ ਕਿ ਐਡੀਟਿਵ ਇਨਵਰਸ। ਤਾਂ ਇਹ ਕੀ ਹੈ, ਇਹਨੂੰ ਯਾਦ ਰੱਖਣ ਲਈ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਵੇ ਦੱਸ ਦਿੰਦਾ ਕਿ ਕਿਸੇ ਸੰਖਿਆ ਵਿੱਚ ਕੀ ਜੋੜੀਏ। ਕਿਸੇ ਸੰਖਿਆ ਵਿੱਚ ਸਾਡੀ ਕੋਈ ਇੱਕ ਸੰਖਿਆ ਹੈ, ਮੰਨ ਲਓ ਇੱਥੇ ਸਾਡੇ ਕੋਲ ਸੰਖਿਆ a ਵਿੱਚ ਅਸੀਂ ਕੀ ਜੋੜੀਏ, ਠੀਕ ਹੈ, ਤਾਂ ਕਿ ਆਂਸਰ ਸਾਨੂੰ 0 ਮਿਲੇ। ਉਹ ਕੀ ਜੋੜੀਏ, ਜਦੋਂ ਅਸੀਂ ਕੀ ਜੋੜੀਏ ਹੁੰਦੇ ਉਦੋਂ ਇਕੁਏਸ਼ਨ ਬਣਾਉਂਦੇ ਹੁੰਦੇ, ਠੀਕ ਹੈ। ਤਾਂ ਅਸੀਂ ਮੰਨਦੇ ਹੁੰਦੇ ਕਿ ਮੰਨ ਲਓ ਦੇ ਵਿੱਚ ਅਸੀਂ x ਜੋੜਿਆ ਤੇ ਸਾਨੂੰ 0 ਪ੍ਰਾਪਤ ਹੋਇਆ, ਹੁਣ ਅਸੀਂ ਉਹ x ਦਾ ਮੁੱਲ ਕੱਢਣਾ ਹੈ। ਤਾਂ ਵਿੱਚੋਂ a ਜਿਹੜਾ ਜਮਾ ਦਾ ਹੈ ਦੂਜੀ ਸਾਈਡ ਜਾ ਕੇ ਉਹ ਮਾਈਨਸ ਦਾ ਹੋ ਜਾਊਗਾ, ਤੇ 0 ਮਾਈਨਸ a ਦੇ ਬਰਾਬਰ ਆਊਗਾ। ਤਾਂ x ਦਾ ਮੁੱਲ ਮਾਈਨਸ a ਆਇਆ, ਇਹਦਾ ਮਤਲਬ a ਦੇ ਵਿੱਚ ਤੁਸੀਂ ਮਾਈਨਸ a ਜੋੜਿਆ ਸੀ ਤਾਂ ਤੁਹਾਨੂੰ 0 ਪ੍ਰਾਪਤ ਹੋਇਆ। 0 ਕੀ ਹੈ ਇੱਥੇ, 0 ਵਿੱਚੋਂ ਤੁਹਾਡਾ ਉਹੀ ਜੋੜਾਤਮਿਕ ਤਤਸਮਕ ਹੈ, ਯਾਨੀ ਕਿ ਐਡੀਟਿਵ ਆਇਡੈਂਟੀਟੀ ਹੈ, ਠੀਕ ਹੈ। ਐਡੀਟਿਵ ਕੀ ਹੈ, ਆਇਡੈਂਟੀਟੀ ਹੈ। ਤਾਂ ਇਟ ਮੀਨਸ ਕਿਸੇ ਵੀ ਸੰਖਿਆ ਦੇ ਵਿੱਚ ਅਸੀਂ ਉਸਦਾ ਉਲਟ ਯਾਨੀ ਕਿ 3 ਦੇ ਵਿੱਚ ਅਸੀਂ -3 ਜੋੜੀਏ ਤਾਂ ਸਾਨੂੰ 0 ਮਿਲਣਾ, 4 ਦੇ ਵਿੱਚ ਅਸੀਂ -4 ਜੋੜੀਏ ਤਾਂ ਸਾਨੂੰ 0 ਮਿਲਣਾ, 5 ਦੇ ਵਿੱਚ -5 ਜੋੜੀਏ ਤਾਂ ਸਾਨੂੰ 0 ਮਿਲਣਾ, ਇਹਦੀ 1/2 ਦੇ ਵਿੱਚ -1/2 ਜੋੜੀਏ ਤਾਂ ਸਾਨੂੰ 0 ਮਿਲਣਾ, -3/2 ਦੇ ਵਿੱਚ ਅਸੀਂ ਜਮਾ ਦੇ 3/2 ਜੋੜੀਏ ਤਾਂ ਸਾਨੂੰ 0 ਮਿਲਣਾ। ਤਾਂ ਮਤਲਬ ਸਾਈਨ ਜਿਹੜਾ ਹੈ ਉਹ ਚੇਂਜ ਹੋਇਆ। ਤਾਂ ਕਿਸੇ ਦਾ ਵੀ ਜੋੜਾਤਮਿਕ ਉਲਟ ਲਿਖਣਾ ਹੋਵੇ, ਯਾਨੀ ਕਿ ਐਡੀਟਿਵ ਆਇਡੈਂਟੀਟੀ ਲਿਖਣੀ ਹੋਵੇ, ਠੀਕ ਹੈ, ਸੌਰੀ ਐਡੀਟਿਵ ਇਨਵਰਸ ਲਿਖਣਾ ਹੋਵੇ ਤਾਂ ਸਿਰਫ ਸਾਈਨ ਚੇਂਜ ਕਰਨਾ ਹੈ। ਸਾਈਨ ਵਿਲ ਚੇਂਜ, ਤੁਸੀਂ ਉਹ ਸੰਖਿਆ ਦਾ ਸਾਈਨ ਚੇਂਜ ਕਰ ਦੇਣਾ ਹੈ। 1/2 ਦਾ ਤੁਹਾਨੂੰ ਜੋੜਾਤਮਿਕ ਉਲਟ ਪੁੱਛਿਆ ਹੈ ਤਾਂ ਯਾਨੀ ਕਿ ਐਡੀਟਿਵ ਇਨਵਰਸ ਪੁੱਛਿਆ ਹੈ -1/2, 3/2 ਦਾ ਪੁੱਛਿਆ ਹੈ -3/2, 4/5 ਦਾ ਪੁੱਛਿਆ ਹੈ -4/5, ਠੀਕ ਹੈ। ਸਿਮਿਲਰਲੀ ਜੇ ਮੰਨ ਲਓ ਤੁਹਾਨੂੰ ਪੁੱਛ ਲਿਆ -5 -6 ਦਾ, ਤਾਂ ਪਹਿਲਾਂ ਮਾਈਨਸ ਕੱਟ ਦਿਓ, 5/6 ਦਾ ਜੋੜਾਤਮਿਕ ਉਲਟ ਕੀ ਆਏਗਾ, -5/6, -5/6। ਓਕੇ ਜੀ। ਸੋ ਇਸ ਨਾਲ ਰਿਲੇਟਿਡ ਤੁਹਾਡੀ ਫਸਟ ਐਕਸਰਸਾਈਜ਼ ਹੋਏਗੀ। ਇਸ ਤੋਂ ਬਾਅਦ ਇੱਕ ਟੌਪਿਕ ਵਿੱਚੋਂ ਹੋਰ ਆਉਣਾ ਹੈ ਗੁਣਾਤਮਿਕ ਉਲਟ, ਉਹ ਵਿੱਚੋਂ ਫਿਰ ਆਪਾਂ ਸੈਕਿੰਡ ਐਕਸਰਸਾਈਜ਼ ਉਦੋਂ ਕਰਾਂਗੇ, ਉਦੋਂ ਦੱਸਾਂਗੇ। ਪਰ ਮੈਂ ਫਿਰ ਵੀ ਦੱਸ ਦਿੰਦਾ ਇੱਥੇ ਕਿ ਕਿਸੇ ਸੰਖਿਆ ਦੇ ਵਿੱਚ ਕੀ ਮਲਟੀਪਲਾਈ ਕਰੀਏ, ਕੀ ਗੁਣਾ ਕਰੀਏ ਤਾਂ ਕਿ ਸਾਨੂੰ ਆਂਸਰ 1 ਪ੍ਰਾਪਤ ਹੋਵੇ। ਕਿਉਂਕਿ ਗੁਣਾਤਮਿਕ ਤਤਸਮਕ ਜਿਹੜਾ ਹੈ, ਯਾਦ ਰੱਖਿਓ ਗੁਣਾਤਮਿਕ ਤਤਸਮਕ ਜਿਹੜਾ ਹੈ ਉਹ 1 ਹੁੰਦਾ ਹੈ। ਤਾਂ ਇਹ ਜਿਹੜਾ ਹੈ ਇੱਥੇ x ਨਾਲ ਗੁਣਾ ਕਰ ਲਓ ਤਾਂ ਇਹਦਾ ਮਤਲਬ ਤੁਹਾਡੇ ਕੋਲ ਆਂਸਰ ਜਿਹੜਾ ਹੈ ਉਹ ਕਿੰਨਾ ਆ ਗਿਆ, 1/a, ਯਾਨੀ ਕਿ ਉਹਦਾ ਉਲਟਾ, ਜਿੱਦਾਂ a/b ਹੁੰਦਾ ਉਹਨੂੰ x ਨਾਲ ਗੁਣਾ ਕਰਦੇ ਤੇ ਸਾਨੂੰ 1 ਪ੍ਰਾਪਤ ਹੁੰਦਾ, ਤਾਂ x ਕਿੰਨਾ ਆ ਜਾਣਾ ਸੀ, b/a, ਯਾਨੀ ਕਿ ਅੰਸ਼ ਨੂੰ ਉੱਪਰ ਲੈ ਜਾਣਾ, ਅੰਸ਼ ਨੂੰ ਨੀਚੇ ਲੈ ਜਾਣਾ, ਹਰ ਨੂੰ ਉੱਪਰ ਲੈ ਜਾਣਾ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਗੁਣਾਤਮਿਕ ਉਲਟ ਲਿਖਦੇ ਹਾਂ, ਉਹ ਅਸੀਂ ਐਕਸਰਸਾਈਜ਼ ਅਗਲੀ ਵਿੱਚ ਕਰਨਾ ਹੈ ਤਾਂ ਉਦੋਂ ਡਿਟੇਲ ਵਿੱਚ ਕਰਾਂਗੇ। ਪਰ ਫਿਲਹਾਲ ਤੁਸੀਂ ਇਹ ਯਾਦ ਰੱਖਣਾ ਹੈ ਕਿ ਕੋਈ ਸੰਖਿਆ, ਉਸ ਵਿੱਚ ਅਸੀਂ ਉਸਦਾ ਜੋੜਾਤਮਿਕ ਉਲਟ ਨੂੰ ਜੋੜਿਆ ਤਾਂ ਸਾਨੂੰ ਜੋੜਾਤਮਿਕ ਕੀ ਮਿਲਿਆ, ਤਤਸਮਕ ਮਿਲਿਆ, ਠੀਕ ਹੈ। ਕੀ ਮਿਲਿਆ, ਤਤਸਮਕ, ਓਕੇ। ਯਾਨੀ ਕਿ ਕੋਈ ਰੈਸ਼ਨਲ ਨੰਬਰ, ਉਸ ਰੈਸ਼ਨਲ ਨੰਬਰ ਦੇ ਵਿੱਚ ਅਸੀਂ ਕੀ ਜੋੜੀ, ਉਹਦਾ ਐਡੀਟਿਵ ਇਨਵਰਸ, ਠੀਕ ਹੈ। ਕੀ ਜੋੜਿਆ, ਐਡੀਟਿਵ ਇਨਵਰਸ, ਔਰ ਸਾਨੂੰ ਮਿਲਿਆ ਕੀ, ਐਡੀਟਿਵ ਆਇਡੈਂਟੀਟੀ ਸਾਨੂੰ ਪ੍ਰਾਪਤ ਹੋਈ। ਕਿੱਦਾਂ, 1/2 ਦੇ ਵਿੱਚ ਕੀ ਜੋੜਿਆ, ਉਹਦਾ ਇਨਵਰਸ, ਉਹ ਕੀ ਹੈ -1/2, ਪ੍ਰਾਪਤ ਕੀ ਹੋਇਆ, 0, ਠੀਕ ਹੈ। ਤਾਂ 1/2 ਦੇ ਵਿੱਚ -1/2 ਜੋੜੂਗੇ ਤਾਂ ਹੀ 0 ਪ੍ਰਾਪਤ ਹੋਏਗਾ ਨਾ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਇੰਟਰੋਡਕਸ਼ਨ ਆਫ ਰੈਸ਼ਨਲ ਨੰਬਰਸ। ਤੇ ਵਿਦਿਆਰਥੀਓ ਹੁਣ ਅਸੀਂ ਨੈਕਸਟ ਵੀਡੀਓ ਲੈਕਚਰ 'ਚ 1.1 ਐਕਸਰਸਾਈਜ਼ ਜਿਹੜੀ ਹੈ ਉਹ ਅਸੀਂ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।